तू सुल्तान कहाँ हो मियाँ, तेरी कवन वडाई। जो तुम देहे सो कहाँ स्वामी, मैं मूरख कह न जाऊँ। परम सत्कारयोग साध संगत जी, देना आसीस फतेह दी सांझ पाणी जी। वाहिगुरु जी का खालसा, वाहिगुरु जी की फतेह। ਸੰਗਤ ਜੀ, ਅੱਜ ਜੋ ਸਾਖੀ ਮੈਂ ਆਪ ਜੀ ਨਾਲ ਸਾਂਝੀ ਕਰਨ ਜਾ ਰਹੀ ਹਾਂ, ਇਹ ਸਾਖੀ ਹੈ ਭਗਤ ਸੈਣ ਜੀ ਦੀ। ਸੈਣ ਜੀ ਦਾ ਜਨਮ ਅੰਮ੍ਰਿਤਸਰ ਦੇ ਸੋਹਲ ਪਿੰਡ ਵਿੱਚ ਪਿਤਾ ਮੁਕੰਦ ਰਾਏ ਤੇ ਮਾਤਾ ਜੀਵਨੀ ਜੀ ਦੇ ਘਰ ਹੋਇਆ। ਆਪ ਸ਼ੁਰੂ ਤੋਂ ਹੀ ਬੜੇ ਸੰਤ ਸੁਭਾਅ ਦੇ, ਦਇਆਲੂ ਤੇ ਪਰਉਪਕਾਰੀ ਸੀ। ਬਹੁਤ ਛੋਟੀ ਉਮਰ 'ਚ ਹੀ ਆਪ ਨੂੰ ਆਪ ਜੀ ਦੀ ਭੂਆ ਸ਼ੋਭਾ ਰਾਣੀ ਦੇ ਘਰ ਲਾਹੌਰ ਵਿਖੇ ਭੇਜ ਦਿੱਤਾ ਗਿਆ। ਇੱਥੇ ਆਪ ਜੀ ਨੇ ਰਹੀਮ ਖਾਨ ਤੋਂ ਨਾਈ ਪੁਣੇ ਦਾ ਕੰਮ ਸਿੱਖਿਆ। ਸੰਗਤ ਜੀ, ਇਹ ਨਾਈ ਪੁਣੇ ਦੇ ਕੰਮ ਵਿੱਚ ਇੰਨੇ ਜ਼ਿਆਦਾ ਮਾਹਰ ਹੋ ਗਏ ਸੀਗੇ ਕਿ ਇਹਨਾਂ ਨੂੰ ਬਿਦਰ ਦੇ ਰਾਜੇ ਕੋਲ ਨੌਕਰੀ ਮਿਲ ਗਈ। ਇਹ ਬਿਦਰ ਦੇ ਰਾਜੇ ਦੇ ਸ਼ਾਹੀ ਨਾਈ ਬਣ ਗਏ ਸਨ। ਸ਼ਾਹੀ ਨਾਈ ਦਾ ਜੋ ਕੰਮ ਹੁੰਦਾ ਹੈ ਉਹ ਇਹ ਹੁੰਦਾ ਹੈ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਸਵੇਰ ਦੇ ਟਾਈਮ ਉਹ ਰਾਜੇ ਦੀ ਮੁੱਠੀ ਚਾਪੀ ਕਰਦਾ ਹੈ, ਮਾਲਿਸ਼ ਕਰਦਾ ਹੈ, ਨਹੁੰ ਕੱਟਦਾ ਹੈ ਤੇ ਹੋਰ ਸਰੀਰਕ ਜੋ ਕਿਰਿਆਵਾਂ ਨੇ ਉਹ ਕਰਵਾਉਂਦਾ ਹੈ। ਤੇ ਸੰਗਤ ਜੀ, ਜਦੋਂ ਇਹ ਸ਼ਾਹੀ ਨਾਈ ਬਣ ਗਏ ਸੀ ਤਾਂ ਨਾਲ ਨਾਲ ਭਗਤੀ ਵੀ ਕਰਿਆ ਕਰਦੇ ਸਨ। ਪ੍ਰਭੂ ਭਗਤੀ, ਸੰਤਾਂ ਦੀ ਟਹਿਲ ਸੇਵਾ ਵੀ ਕਰਿਆ ਕਰਦੇ ਸੀਗੇ। ਔਰ ਉਸ ਸਮੇਂ ਉੱਤਰ ਭਾਰਤ ਦੇ ਵਿੱਚ ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਦਾ ਬਹੁਤ ਚਰਚਾ ਵਿੱਚ ਸੀ। ਉਹਨਾਂ ਦਾ ਨਾਮ ਜੋ ਹੈ ਬਹੁਤ ਚਰਚਾ ਵਿੱਚ ਸੀ। ਕਬੀਰ ਜੀ ਦਾ ਇੱਕ ਸ਼ਬਦ ਹੈ, ਕਬੀਰ ना हम किया ना करेंगे ना कर सके शरीर, क्या जानो किछ हर किया भयो कबीर कबीर। कबीर जी कह रहे ने कि हे कबीर, यह मेरी हिम्मत, मेरी समर्था नहीं है, मेरे शरीर की समर्था नहीं है कि मैं प्रभु भगती कर सका। काम क्रोध लोभ मोह हंकार तो लड़ के इन्हां विकारां नूं दूर हटा के मैं प्रभु भगती नाल जुड़ सका। ये प्रभु दी ही मेहर है। प्रभु ने आप मेरे कोलों कुछ भगती करवा ली है ते सारी तरफ कबीर 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 हो गया है। संगत जी, जो सैन जी सन ਉਹ ਕਬੀਰ ਜੀ ਦੇ, ਰਵਿਦਾਸ ਜੀ ਦੇ ਜੀਵਨ ਤੋਂ ਬਹੁਤ ਹੀ ਪ੍ਰਭਾਵਿਤ ਸਨ। ਉਹ ਸਵੇਰ ਦੇ ਵੇਲੇ ਰਾਜਾ ਦੀ ਟਹਿਲ ਕਰਿਆ ਕਰਦੇ ਸਨ ਤੇ ਘਰ ਆ ਕੇ ਆਪਣੇ ਜੋ ਪ੍ਰਭੂ ਭਗਤੀ ਸੰਤ ਜਨਾਂ ਦੀ ਸੇਵਾ ਕਰਿਆ ਕਰਦੇ ਸਨ। ਇੱਕ ਦਿਨ ਜਦੋਂ ਉਹ ਰਾਜਾ ਦੀ ਸੇਵਾ ਕਰਕੇ ਵਾਪਸ ਆ ਰਹੇ ਸਨ ਤਾਂ ਉਹਨਾਂ ਨੂੰ ਇੱਕ ਸੰਤਾਂ ਦੀ ਮੰਡਲੀ ਮਿਲ ਗਈ ਤੇ ਉਹ ਸੰਤਾਂ ਨੂੰ ਦੇਖ ਕੇ ਬੜੇ ਖੁਸ਼ ਹੋ ਗਏ, ਜਿਵੇਂ ਕਿ ਚਾਤਰਕ ਚੰਦ ਨੂੰ ਦੇਖ ਕੇ ਖੁਸ਼ ਹੁੰਦਾ ਹੈ, ਮੋਰ ਬੱਦਲਾਂ ਨੂੰ ਦੇਖ ਕੇ ਖੁਸ਼ ਹੁੰਦਾ ਹੈ। ਇਵੇਂ ਹੀ ਪ੍ਰਭੂ ਭਗਤ ਜੋ ਹੁੰਦੇ ਹਨ ਉਹ ਸੰਤ ਜਨਾਂ ਦੇ ਦਰਸ਼ਨ ਕਰਕੇ ਖੁਸ਼ ਹੁੰਦੇ ਹਨ। ਤੇ ਸੰਗਤ ਜੀ, ਉਹ ਉਹਨਾਂ ਸੰਤਾਂ ਦੀ ਟੋਲੀ ਨੂੰ ਆਪਣੇ ਘਰ ਲੈ ਆਏ, ਉਹਨਾਂ ਦੀ ਟਹਿਲ ਸੇਵਾ ਕਰਨ ਲੱਗੇ ਤੇ ਪਤਾ ਲੱਗਾ ਉਹ ਸੰਤਾਂ ਨੇ ਰਹਿਣ ਸਬਾਈ ਕੀਰਤਨ ਕਰਨਾ ਹੈ। ਉਹਨਾਂ ਨੇ ਸੰਤ ਜੀ ਦੇ ਘਰ, ਸੈਣ ਜੀ ਦੇ ਘਰ ਹੀ ਰਹਿਣ ਸਬਾਈ ਦਾ ਕੀਰਤਨ ਜੋ ਸੀ ਸ਼ੁਰੂ ਕਰ ਦਿੱਤਾ। ਤੇ ਸੰਗਤ ਜੀ, ਜਿਵੇਂ ਜਿਵੇਂ ਰਾਤ ਗਹਿਰੀ ਹੁੰਦੀ ਜਾ ਰਹੀ ਸੀ, ਇਹ ਰਹਿਣ ਸਬਾਈ ਕੀਰਤਨ ਵੀ ਆਪਣੇ ਪਰਮ ਚਰਨ ਤੇ ਪਹੁੰਚ ਰਿਹਾ ਸੀ। ਹਰ ਕੋਈ ਪਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਹੋਇਆ ਸੀ। ਹਰ ਇੱਕ ਸੰਤ ਜਨ, ਹਰ ਇੱਕ ਸਾਧੂ ਪ੍ਰਭੂ ਚਰਨਾਂ ਵਿੱਚ ਲੀਨ ਸੀ ਤੇ ਜੋ ਸੈਣ ਜੀ ਸਨ ਉਹ ਵੀ ਪ੍ਰਭੂ ਚਰਨਾਂ ਦੇ ਨਾਲ ਲੀਨ ਹੋਏ ਬੈਠੇ ਸੀ। ਉਧਰ ਰਾਜੇ ਦੀ ਟਹਿਲ ਸੇਵਾ ਦਾ ਜੋ ਟਾਈਮ ਸੀ ਉਹ ਹੋ ਗਿਆ ਸੀ, ਸਮਾਂ ਹੋ ਗਿਆ ਸੀ। ਪਰ ਕਿਉਂਕਿ ਸੈਣ ਜੀ ਪ੍ਰਭੂ ਚਰਨਾਂ ਵਿੱਚ ਲੀਨ ਹੋਏ ਬੈਠੇ ਸਨ, ਇਹਨਾਂ ਨੂੰ ਸਮੇਂ ਦਾ ਪਤਾ ਹੀ ਨਹੀਂ ਲੱਗਾ
ਤੇ ਉਧਰ ਜਦੋਂ ਪਰਮਾਤਮਾ ਨੇ ਦੇਖਿਆ ਕਿ ਸੈਨ ਜੀ ਤੇ ਮੇਰੇ ਚਰਨਾਂ ਵਿੱਚ ਲੀਨ ਹੋ ਗਏ ਨੇ, ਤਾਂ ਉਹ ਰੱਬ, ਉਹ ਹਰੀ ਆਪ ਹੀ ਸੈਨ ਰੂਪ ਹੋ ਕੇ ਰਾਜੇ ਦੀ ਮਾਲਸ਼ ਮੁੱਠੀ ਚਾਪ ਕਰ ਗਏ। ਸੰਗਤ ਜੀ, ਜਦੋਂ ਦਿਨ ਚੜ੍ਹਿਆ, ਸੈਨ ਜੀ ਨੇ ਉਹਨਾਂ ਸੰਤ ਜਨਾਂ ਨੂੰ ਵਿਦਾ ਕੀਤਾ ਤੇ ਮਨ ਵਿੱਚ ਖਿਆਲ ਆਇਆ ਕਿ ਅੱਜ ਤੇ ਸਵੇਰ ਦਾ ਸਮਾਂ ਲੰਘ ਗਿਆ ਹੈ, ਅੱਜ ਮੈਂ ਰਾਜੇ ਦੀ ਸੇਵਾ ਕਰਨ ਨਹੀਂ ਗਿਆ, ਉਹਦੀ ਮੁੱਠੀ ਚਾਪੀ ਨਹੀਂ ਹੋਈ, ਉਹ ਮੈਨੂੰ ਬਹੁਤ ਗੁੱਸਾ ਕਰੇਗਾ ਤੇ ਹੋ ਸਕਦਾ ਹੈ ਮੈਨੂੰ ਨੌਕਰੀ ਤੋਂ ਵੀ ਕੱਢ ਦੇਵੇ। ਤੇ ਸੰਗਤ ਜੀ, ਇਹਨਾਂ ਸੋਚਾਂ ਦੇ ਵਿੱਚ ਹੀ ਉਹ ਰਾਜ ਦਰਬਾਰ ਵਿੱਚ ਚੱਲ ਪੈਂਦੇ ਹਨ। ਤੇ ਜਦੋਂ ਰਾਜਾ ਦੂਰੋਂ ਉਹਨਾਂ ਨੂੰ ਆਉਂਦਾ ਹੋਇਆ ਦੇਖਦਾ ਹੈ, ਰਾਜਾ ਆਪਣੇ ਦਰਬਾਰ ਵਿੱਚ ਬੈਠਾ ਹੋਇਆ ਸੀ ਤੇ ਇਹਨਾਂ ਨੂੰ ਦੂਰੋਂ ਆਉਂਦਾ ਦੇਖ ਕੇ ਸੰਗਤ ਜੀ, ਉਹ ਬੜਾ ਖੁਸ਼ ਹੋਇਆ। ਉਸਨੇ ਆਪਣੇ ਗਲੇ ਵਿੱਚ ਪਈ ਹੋਈ ਹੀਰਿਆਂ ਦੀ ਮਾਲਾ, ਹੀਰੇ ਮੋਤੀਆਂ ਦੀ ਮਾਲਾ ਉਤਾਰ ਲਈ ਤੇ ਸੰਗਤ ਜੀ, ਇਹਨਾਂ ਨੂੰ ਕੋਲ ਬੁਲਾ ਕੇ ਕਿਹਾ, ਸੈਨ ਜੀ, ਜੋ ਸੇਵਾ, ਜੋ ਟਹਿਲ ਅੱਜ ਤੁਸੀਂ ਕੀਤੀ ਹੈ, ਮੇਰਾ ਤੇ ਰੋਮ ਰੋਮ ਖਿੜ ਗਿਆ ਹੈ। ਮੈਨੂੰ ਇੰਜ ਲੱਗਦਾ ਹੈ ਕਿ ਮੇਰੇ ਕਈ ਜਨਮਾਂ ਦਾ ਭਾਰ ਜਿਵੇਂ ਹਲਕਾ ਹੋ ਗਿਆ ਹੋਵੇ। ਮੇਰਾ ਸਰੀਰ ਜੋ ਹੈ ਫੁੱਲਾਂ ਵਰਗਾ ਹਲਕਾ ਤੇ ਖਿੜ ਗਿਆ ਹੈ। ਇੰਜ ਲੱਗਦਾ ਹੈ ਕੋਈ ਰੋਗ ਹੀ ਨਹੀਂ ਹੈ। ਤਾਂ ਜੋ ਸੈਨ ਜੀ ਸਨ, ਉਹਨਾਂ ਨੇ ਉਤਾਂਹ ਰਾਜੇ ਵੱਲ ਦੇਖਿਆ। ਉਹਨਾਂ ਨੇ ਕਿਹਾ ਕਿ ਹੇ ਰਾਜਾ, ਮੈਂ ਤੇ ਅੱਜ ਤੇਰੀ ਟਹਿਲ ਕਰਨ ਆਇਆ ਹੀ ਨਹੀਂ। ਤੇ ਇੰਨਾ ਕਹਿੰਦੇ ਹੀ ਸੰਤ ਜੀ ਜੋ ਸੈਨ ਜੀ ਸਨ, ਉਹਨਾਂ ਦੇ ਮਨ ਵਿੱਚ ਫੁਰਨਾ ਆਇਆ ਕਿ ਮੈਂ ਅੱਜ ਆਇਆ ਨਹੀਂ, ਮੈਂ ਪ੍ਰਭੂ ਚਰਨਾਂ ਵਿੱਚ ਲੀਨ ਸੀ ਤੇ ਹੋਰ ਕੋਈ ਰਾਜੇ ਦੀ ਸੇਵਾ ਕਰ ਨਹੀਂ ਸਕਦਾ। ਹੋਵੇ ਨਾ ਹੋਵੇ, ਇਹ ਪ੍ਰਭੂ ਆਪ ਹੀ ਸੈਨ ਰੂਪ ਹੋ ਕੇ ਰਾਜੇ ਦੀ ਸੇਵਾ ਕਰ ਗਏ ਹਨ। ਤੇ ਸੰਗਤ ਜੀ, ਇੱਥੇ ਇੱਕ ਭਾਈ ਗੁਰਦਾਸ ਜੀ ਦੀ ਵਾਰ ਵੀ ਬੜੀ ਸੋਹਣੀ ਸੁਣਨ ਤੇ ਦੇਖਣ ਨੂੰ ਮਿਲਦੀ ਹੈ। ਸੁਨ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਆ ਸੈਨ ਨਾਈ। ਪ੍ਰੇਮ ਭਗਤੀ ਰਾਤੀ ਕਰੇ, ਭਲਕੇ ਰਾਜ ਦੁਆਰੇ ਜਾਈ। ਆਏ ਸੰਤ ਪਰਾਹੁਣੇ, ਕੀਰਤਨ ਹੋਆ ਰੈਨ ਸਬਾਈ। ਛੱਡ ਨਹੀਂ ਸਕੈ ਸੰਤ ਜਨ, ਰਾਜ ਦੁਆਰੇ ਨ ਸੇਵ ਕਮਾਈ। ਸੈਨ ਰੂਪ ਹਰ ਜਾਏ ਕੈ, ਆਇਆ ਰਾਣੇ ਨੋ ਰਿਝਾਈ। ਸਾਧ ਜਨਾਨੋ ਵਿਦਿਆ ਕਰ, ਰਾਜ ਦੁਆਰੇ ਗਿਆ ਸਰਮਾਈ। ਰਾਣੇ ਦੂਹਰੋਂ ਸੱਦ ਕੇ, ਗਲਹੋਂ ਕਵਾਏ ਖੋਲ ਪਹਿਨਾਈ। ਵਸ ਕੀਤਾ ਹੋਂ ਤੁਧ ਅਜ, ਬੋਲੇ ਰਾਜਾ ਸੁਨੇ ਲੁਕਾਈ। ਪ੍ਰਗਟ ਕਰੇ ਭਗਤ ਵਡਿਆਈ। ਤੇ ਸੰਗਤ ਜੀ, ਜਦੋਂ ਸੈਨ ਜੀ ਨੂੰ ਇਹ ਅਹਿਸਾਸ ਹੋਇਆ ਕਿ ਅੱਜ ਤੇ ਪਰਮਾਤਮਾ ਆਪ ਹੀ ਜੋ ਹੈ ਸੈਨ ਰੂਪ ਹੋ ਕੇ ਰਾਜੇ ਦੀ ਸੇਵਾ ਕਰ ਗਿਆ ਹੈ, ਉਹਨਾਂ ਨੇ ਦੋਨੇ ਹੱਥ ਜੋੜ ਲਏ। ਉਹਨਾਂ ਨੇ ਕਿਹਾ ਕਿ ਰਾਜਾ, ਹੁਣ ਅੱਜ ਤੋਂ ਮੈਂ ਤੇਰੀ ਜੋ ਸੇਵਾ ਹੈ ਨਹੀਂ ਕਰਨੀ। ਅੱਜ ਤੋਂ ਮੈਂ ਉਸੇ ਪਰਮ ਪਿਤਾ ਪਰਮਾਤਮਾ ਦੀ ਭਗਤੀ ਕਰਾਂਗਾ ਜੋ ਮੇਰੇ ਪਿੱਛੇ ਸੈਨ ਰੂਪ ਹੋ ਕੇ ਤੇਰੀ ਸੇਵਾ ਕਰ ਗਿਆ ਹੈ। ਜਦੋਂ ਇਸ ਗੱਲ ਦੀ ਸੱਚਾਈ ਦਾ ਰਾਜੇ ਨੂੰ ਪਤਾ ਲੱਗਾ, ਰਾਜਾ ਨੇ ਸੈਨ ਜੀ ਦੇ ਚਰਨ ਫੜ ਲਏ ਤੇ ਉਹਨਾਂ ਨੂੰ ਆਪਣਾ ਗੁਰੂ ਬਣਾ ਲਿਆ। ਸੰਗਤ ਜੀ, ਸੈਨ ਜੀ ਨੇ ਬਹੁਤ ਬਾਣੀ ਉਚਾਰੀ ਹੈ, ਪਰ ਉਹਨਾਂ ਦਾ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਹੈ ਆਰਤੀ ਦੇ ਰੂਪ ਵਿੱਚ ਸੰਮਿਲਿਤ ਕੀਤਾ ਗਿਆ ਹੈ। ਧੂਪ ਦੀਪ ਕ੍ਰਿਤ ਸਾਜ ਆਰਤੀ, ਵਾਰਨੇ ਜਾਓ ਕਮਲਾਪਤੀ। ਮੰਗਲਾ ਹਰ ਮੰਗਲਾ, ਨਿਤ ਮੰਗਲ ਰਾਜਾ ਰਾਮ ਰਾਏ ਕੋ। ਰਹਾਓ।
ऊतम द्यौरा निर्मल बाती, तुही निरंजन कमला पाती। राम भगत रामानंद जानै, पूरन परमानंद बखानै। मदन मुरत पै तार गोविंदे, सैन पने भज परमानंदे। ਇਹਦੇ ਵਿੱਚ ਸੈਨ ਜੀ ਕਹਿ ਰਹੇ ਨੇ, ਧੂਪ ਦੀਪ ਕ੍ਰਿਤ ਸਾਜ ਆਰਤੀ, कि हे प्रभु हे परमात्मा, तेरे तू सदके जाना, तेरे तू वारने जाना ही धूप दीप घ्यो इत्यादि चीज़ां ਨੂੰ ਇਕੱਠੇ ਕਰਕੇ ਤੇਰੀ ਆਰਤੀ ਕਰਨਾ ਹੈ। ਤੇ हे ਕਮਲਾਪਤੀ, ਮਾਇਆ ਦੇ ਪਤੀ, ਸ੍ਰਿਸ਼ਟੀ ਦੇ ਕਣ ਕਣ ਨੂੰ ਸਾਜਣ ਵਾਲੇ ਪਰਮਾਤਮਾ, ਮੈਂ ਤੇਥੋਂ ਸਦਕੇ ਜਾਂਦਾ ਹਾਂ। मंगला हर मंगला नित मंगल, राजा राम राय को। इथे भगत जी परमात्मा ਨੂੰ ਕਹਿ ਰਹੇ ਹਨ, ਮੰਗਲਾ ਹਰ ਮੰਗਲਾ, हे प्रभु हे परमात्मा, तेरी मेहर सदका मेरे अंदर हर वेले तेरे नाम सिमरन ਦਾ ਆਨੰਦ ਬਨ ਰਿਹਾ ਹੈ। ਤੇ ਅੱਗੇ ਭਗਤ ਜੀ ਕਹਿੰਦੇ ਨੇ, ਊਤਮ ਦਿਅਰਾ ਨਿਰਮਲ ਬਾਤੀ, तुही निरंजन कमला पाती। भगत जी कह रहे ने, हे प्रभु हे परमात्मा, आरती करन वास्ते जो सोहना चंगा दीवा ते साफ सुथरी बट्टी चाहीदी हुंदी है। तू ही निरंजन कमला पाती, ओ तुसी आप ही हो। हे निरंजन, वो चंगा दीवा ते बट्टी तुसी आप ही हो। अगे भगत जी फरमान करते हैं, रामा भगत रामानंद जानै, पूरन परमानंद बखानै। भगत जी कहते हैं कि हे परमात्मा, हे प्रभु, राम दे जो भगत ने, जो तेरे भगत ने तेरी बंदगी करते हैं, रामानंद जाने अर्थात तेरी भगती दी बरकत नाल तेरे मिलाप दा आनंद मानते ने। पूरन परमानंद बखाने, ਉਹ ਸਰਵ ਵਿਆਪਕ ਪਰਮ ਆਨੰਦ ਪ੍ਰਭੂ ਦੇ ਗੁਣਾਂ ਦਾ ਬਖਾਨ ਕਰਦੇ ਹਨ। ਤੇ ਸੰਗਤ ਜੀ, ਮਦਨ ਮੂਰਤ ਪੈ ਤਾਰ ਗੋਬਿੰਦੇ, ਸੈਨ ਪਨੇ ਭਜ ਪਰਮਾਨੰਦੇ। ਸੰਗਤ ਜੀ, ਇੱਥੇ ਭਗਤ ਜੀ ਆਖ ਰਹੇ ਹਨ ਕਿ हे ਸੋਹਣੇ ਸਰੂਪ ਵਾਲੇ ਪਰਮਾਤਮਾ, ਭਵ ਸਾਗਰ ਤੋਂ ਪਾਰ ਕਰਨ ਵਾਲੇ ਪਰਮਾਤਮਾ, ਸ੍ਰਿਸ਼ਟੀ ਦੀ ਸਾਰ ਲੈਣ ਵਾਲੇ ਤੁਸੀਂ ਆਪ ਹੀ ਹੋ। ਤੇ ਅੱਗੇ ਸੈਨ ਜੀ ਆਖ ਰਹੇ ਨੇ ਕਿ हे ਮੇਰੇ ਮਨ, ਉਸ ਪਰਮ ਪਿਤਾ ਪਰਮਾਤਮਾ ਦਾ ਸਿਮਰਨ ਕਰ, ਜੋ ਇਸ ਸ੍ਰਿਸ਼ਟੀ ਦੀ ਸਾਰ ਲੈਂਦਾ ਹੈ, ਜੋ ਭਵ ਸਾਗਰ ਤੋਂ ਪਾਰ ਉਤਾਰ ਲੈਂਦਾ ਹੈ। ਸੰਗਤ ਜੀ, ਸੈਨ ਜੀ ਦੇ ਸੰਬੰਧ ਵਿੱਚ ਗੁਰੂ ਅਰਜਨ ਦੇਵ ਜੀ ਨੇ ਵੀ ਇੱਕ ਮਹਾਵਾਕ ਉਚਾਰਿਆ ਹੈ, ਜੈ ਦਿਓ ਤਿਆਗਿਓ ਅਹਮ ਮੇਵ, ਨਾਈ ਉਧਰਿਓ ਸੈਨ ਸੇਵ। ਸੰਗਤ ਜੀ, ਜੋ ਸੈਨ ਜੀ ਸਨ, ਨਾਈ ਸੈਨ ਜੀ ਸਨ, ਉਹ ਪ੍ਰਭੂ ਦੀ ਭਗਤੀ ਕਰਦੇ ਕਰਦੇ ਭਗਤ ਸੈਨ ਜੀ ਹੋ ਗਏ ਸਨ। ਉਹਨਾਂ ਨੇ ਆਪਣਾ ਜੀਵਨ ਸਫਲ ਕਰ ਲਿਆ। ਤੇ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਆਪਣੇ ਕੰਮਾਂ ਕਾਰਾਂ ਚੋਂ ਥੋੜਾ ਥੋੜਾ ਵਕਤ ਨਿਕਾਲੀਏ ਤੇ ਪ੍ਰਭੂ ਚਰਨਾਂ ਦੇ ਨਾਲ ਜੁੜਦੇ ਚਲੇ ਜਾਈਏ। ਸੰਗਤ ਜੀ, ਸੈਨ ਜੀ ਦੀ ਸਾਖੀ ਦੀ ਵਿਆਖਿਆ ਕਰਦੇ ਹੋਏ, ਉਹਨਾਂ ਦੀ ਜੀਵਨ ਤੇ ਸਾਂਝ ਪਾਉਂਦੇ ਹੋਏ, ਆਪ ਜੀ ਦੀ ਬੱਚੀ ਕੋਲੋਂ ਬੇਅੰਤ ਭੁੱਲਾਂ ਹੋ ਗਈਆਂ ਹੋਣੀਆਂ ਨੇ। ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਆਪਣੇ ਸ਼ਬਦਾਂ ਨੂੰ ਇੱਥੇ ਹੀ ਸੰਕੋਚਦੀ ਹੋਈ ਆਪ ਜੀ ਨਾਲ ਫਤਿਹ ਦੀ ਸਾਂਝ ਪਾਉਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।